सत श्री अकाल दोस्तों, नमस्कार। इस वक्त मैं मौजूद हाँ वी केयर मल्टी स्पैशलिटी हॉस्पिटल ਦੇ ਵਿੱਚ, ਜਿੱਥੇ ਅੱਜ ਆਪਾਂ ਗੱਲਬਾਤ ਕਰਾਂਗੇ ਮੈਡਮ ਤਾਨਿਆ ਵਧਵਾ ਜੀ ਨਾਲ। ਜੇ ਤੁਹਾਨੂੰ ਕੋਈ ਪ੍ਰੋਬਲਮ ਹੈ ਮੋਟਾਪੇ ਦੀ ਜਾਂ ਹਾਰਮੋਨਲ ਇਨਬੈਲੈਂਸ ਦੀ ਜਾਂ ਖਾਇਆ ਪੀਆ ਨਹੀਂ ਲੱਗ ਰਿਹਾ ਉਸ ਬਾਰੇ, ਤੇ ਦੂਸਰਾ ਕਿ ਜੋ ਲੇਡੀਜ਼ ਹੈ ਬਹੁਤ ਕੁਝ ਕਰਨ ਦੇ ਬਾਅਦ ਵੀ ਉਹਨਾਂ ਦਾ weight ਜਿਹੜਾ ਲੋਸ ਨਹੀਂ ਹੋ ਰਿਹਾ, ਚਾਹ ਪੱਤੀਆਂ ਪੀ ਲੀਆਂ, और डाइट रख ली है, बड़ा कुछ कर लिया है ना जी, फ्रूट खा ले, कुछ भी खा लिया, पर उन्होंने जो डाइट है वो सही ना होने करके उन्होंने जो वेट है वो बढ़ता जा रहा है, जबकि उन्होंने खाना खुना सब कुछ छड्या हुए। डाइटिशियन है ने तानिया ਵਧਵਾ जी, आप गलबात करेंगे मैम नाल ते जानांगे कि किहड़ी चीज़ां करके आप जो वेट अपना कंट्रोल कर सकते हैं। कर सकते हो मैम, स्वागत है जी। मोस्ट वेलकम जी। मैम डाइटिशियन है हो तुसी, ਤਾਂ ਸਭ ਤੋਂ ਪਹਿਲਾਂ ਇਹ ਦੱਸੋ ਕਿ ਇਨਸਾਨ ਨੂੰ ਜਿੰਦਾ ਰਹਿਣ ਵਾਸਤੇ ਕਿੰਨਾ ਜਿਹੜਾ ਖਾਣਾ ਖਾਣਾ ਚਾਹੀਦਾ? ਤੁਸੀਂ ਬਹੁਤ ਇੱਕ ਜੈਨੂਇਨ ਕੁਐਸਚਨ ਪੁੱਛਿਆ, ਰਾਈਟ। ਬੇਸਿਕਲੀ ਆਪਾਂ ਹਰ ਇੱਕ ਦੀ ਬੋਡੀ ਬਿਲਕੁਲ ਡਿਫਰੈਂਟ ਹੈ ਐਂਡ ਸਭ ਦੀ ਬੋਡੀ ਇੱਕ ਡਿਫਰੈਂਟ ਤਰੀਕੇ ਨਾਲ ਰਿਐਕਟ ਕਰਦੀ ਹੈ। ਸੋ ਸਭ ਦੀ ਬੋਡੀ ਦੀ ਰਿਕੁਆਇਰਮੈਂਟ ਵੀ ਬਿਲਕੁਲ ਡਿਫਰੈਂਟ ਹੈ, ਤੇ ਇਸ ਕੁਐਸਚਨ ਦਾ ਮੈਂ ਇੱਕ ਆਨਸਰ ਦੇ ਹੀ ਨਹੀਂ ਸਕਦੀ ਕਿ ਆਪਾਂ ਨੂੰ ਇੰਨਾ ਖਾਣਾ ਜਾਂ ਇੰਨਾ ਨਹੀਂ ਖਾਣਾ। ਡਿਪੈਂਡਸ ਕਿ ਤੁਹਾਡਾ ਲਾਈਫ ਸਟਾਈਲ ਕਿੱਦਾਂ ਦਾ, ਡਿਪੈਂਡਸ ਤੁਹਾਡੀ ਫਿਜ਼ੀਕਲ ਐਕਟੀਵਿਟੀ ਕਿੰਨੀ ਹੈ। ਬਟ ਯੈਸ, ਜੇ ਮੈਂ ਬਿਲਕੁਲ ਮਿਨੀਮਾਈਜ਼ ਕਰਕੇ ਇਹਦਾ ਆਨਸਰ ਦੇਵਾਂ ਤੇ ਆਪਣੀ ਐਪੇਟਾਈਟ ਤੋਂ, ਆਪਣੀ ਭੁੱਖ ਤੋਂ ਐਟਲੀਸਟ ਆਪਾਂ 10% ਘੱਟ ਖਾਈਏ, ਸੋ ਦੈਟ ਜੋ ਵੀ ਆਪਾਂ ਖਾ ਰਹੇ ਹਾਂ ਬੋਡੀ ਪ੍ਰੋਪਰਲੀ ਐਬਜ਼ੌਰਬ ਕਰੇ ਐਂਡ ਬੋਡੀ ਨੂੰ ਆਪਾਂ ਐਕਸਟਰਾ ਫੂਡ ਨਾ ਦਈਏ ਸੋ ਦੈਟ ਉਹ ਫੈਟ ਵਿੱਚ ਕਨਵਰਟ ਕਰ ਸਕੇ। ਅੱਜ ਕੱਲ੍ਹ ਮੋਟਾਪਾ ਬਹੁਤ ਵੱਧ ਰਿਹਾ, ਖਾਸ ਕਰਕੇ ਲੇਡੀਜ਼ ਦੇ ਵਿੱਚ। ਲੇਡੀਜ਼ ਮੈਂ ਬਾਹਰ ਵੀ ਕਹਿ ਕੇ ਆਇਆ ਸੀਗਾ, ਜੋ ਸਟਾਰਟਿੰਗ ਕੀਤੀ ਮੈਂ ਆਪਣੀ ਵੀਡੀਓ ਜਿਹੜੀ ਹੈ, ਕਿ ਉਹ ਅੱਜ ਕੱਲ੍ਹ ਗ੍ਰੀਨ ਟੀ ਪੀਂਦੇ ਆ, ਫਰੂਟ ਖਾਂਦੇ ਆ, ਸੈਲਡ ਖਾਂਦੇ ਆ, ਖਾਣਾ ਨਹੀਂ ਖਾਂਦੇ, ਖਾਣਾ ਛੱਡ ਦਿੰਦੇ ਆ, ਵਰਤ ਰੱਖਦੇ ਆ, ਬਹੁਤ ਕੁਛ ਪ੍ਰयास ਕਰਦੇ, ਪਰ ਜਿਹੜਾ ਕਹਿੰਦੇ ਨਾ ਬੈਲੀ ਫੈਟ ਹੈ ਉਹ 1 ਵੀ ਇੰਚ ਨਹੀਂ ਘਟਦਾ, ਹੈ ਨਾ ਜੀ। ਤੇ ਉਹ ਕਿਸ ਤਰ੍ਹਾਂ ਘੱਟ ਹੋ ਸਕਦਾ ਹੈ? ਕੀ ਪਹਿਲਾਂ ਤਾਂ ਕਾਰਨ ਦੱਸੋ ਵੀ ਕੀ ਕਾਰਨ ਕੀ ਹੈ ਵੀ ਇੰਨਾ ਕੁਛ ਕਰਨ ਦੇ ਬਾਵਜੂਦ ਉਹਨਾਂ ਦਾ weight ਕਿਉਂ ਨਹੀਂ ਲੋਸ ਹੁੰਦਾ? Yes, basically that's what we dietitians are here. ਸਭ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਇੱਕ ਪ੍ਰੋਫੈਸ਼ਨਲ ਇੱਕ ਡਾਇਟੀਸ਼ੀਅਨ ਨੂੰ ਕੰਸਲਟ ਕਰੀਏ। ਫੋਰ ਐਗਜ਼ਾਮਪਲ ਤੁਸੀਂ ਮੇਰੇ ਕੋਲ ਆਏ ਹੋ ਕਿ ਮੈਂ weight loss ਕਰਨਾ ਹੈ, ਬਟ ਤੁਸੀਂ ਇਹ ਕਹਿ ਰਹੇ ਹੋ ਕਿ ਸਭ ਕੁਝ ਮੈਂ ਟਰਾਈ ਕਰ ਲਿਆ, ਲੇਕਿਨ ਇਹਦੇ ਪਿੱਛੇ ਕੋਈ ਰੀਜ਼ਨ ਤਾਂ ਹੋਏਗਾ। ਜਦੋਂ ਆਪਾਂ ਬੈਠ ਕੇ ਗੱਲ ਕਰ ਰਹੇ ਹਾਂ ਤਾਂ ਬੇਸਿਕਲੀ ਬੀਇੰਗ ਅ ਡਾਇਟੀਸ਼ੀਅਨ ਮੈਂ ਟਰਾਈ ਕਰੂੰਗੀ ਕਿ ਮੈਂ ਰੀਜ਼ਨ ਫਾਈਂਡ ਆਊਟ ਕਰਾਂ ਕਿ ਤੁਹਾਡੇ weight gain ਦਾ ਰੀਜ਼ਨ ਕੀ ਹੈ। ਹੋ ਸਕਦਾ ਹੈ ਕਿ ਤੁਹਾਡੀ ਲਾਈਫ ਵਿੱਚ ਕੋਈ ਸਟ੍ਰੈਸ ਹੋਏ, ਹੋ ਸਕਦਾ ਹੈ ਕਿ ਤੁਹਾਡੀ ਸਲੀਪ ਬਿਲਕੁਲ ਪ੍ਰੋਪਰ ਨਾ ਹੋਏ, ਹੋ ਸਕਦਾ ਹੈ ਤੁਸੀਂ ਆਪਣੇ ਬੋਡੀ ਨੂੰ ਪ੍ਰੋਪਰ ਨਰਿਸ਼ਮੈਂਟ ਦੇ ਹੀ ਨਹੀਂ ਰਹੇ। ਫੋਰ ਐਗਜ਼ਾਮਪਲ ਤੁਸੀਂ ਮੈਨੂੰ ਕਿਹਾ ਕਿ ਮੈਂ ਗ੍ਰੀਨ ਟੀ ਵੀ ਪੀ ਲਈ, ਮੈਂ ਵਰਕਆਊਟ ਵੀ ਕਰ ਲਿਆ, ਰਾਈਟ, ਲੇਕਿਨ ਬੋਡੀ ਇੱਦਾਂ ਵਰਕ ਨਹੀਂ ਕਰਦੀ। ਬੋਡੀ ਨੂੰ ਪ੍ਰੋਪਰ ਡਾਇਟ ਦੀ ਰਿਕੁਆਇਰਮੈਂਟ ਹੁੰਦੀ ਹੈ। ਇੱਕ ਐਗਜ਼ਾਮਪਲ ਤੁਹਾਨੂੰ ਮੈਂ ਦੇ ਸਕਦੀ ਹਾਂ ਸੋ ਦੈਟ ਤੁਸੀਂ ਪ੍ਰੋਪਰ ਇਸ ਚੀਜ਼ ਨੂੰ ਅੰਡਰਸਟੈਂਡ ਕਰੋ। ਆਪਣੀ ਜੇ ਸੈਲਰੀ ਮੰਥਲੀ ਆ ਰਹੀ ਹੈ, ਰਾਈਟ, ਤੁਸੀਂ ਆਪਣਾ ਜਿਹੜਾ ਐਕਸਪੈਂਸ ਹੈ ਉਹ ਵੀ ਉੱਦਾਂ ਹੀ ਮੰਥਲੀ ਪ੍ਰੋਪਰ ਕਰਦੇ ਰਹੋਗੇ। ਜੇ ਤੁਹਾਡੀ ਸੈਲਰੀ ਜਾਂ ਤੁਹਾਡਾ ਬਿਜ਼ਨਸ ਬਹੁਤ ਵਧੀਆ ਨਹੀਂ ਚੱਲ ਰਿਹਾ, ਤੁਹਾਨੂੰ ਪ੍ਰੋਪਰ ਮੰਥ ਦੇ ਵਿੱਚ ਉਹਨਾਂ ਪੇਮੈਂਟ ਨਹੀਂ ਆ ਰਿਹਾ, ਤੁਸੀਂ ਕੀ ਕਰੋਗੇ? ਤੁਸੀਂ ਆਪਣੇ ਐਕਸਪੈਂਸਿਸ ਰੋਕ ਦੋਗੇ। ਸਿਮਿਲਰਲੀ ਤੁਹਾਡੀ ਬੋਡੀ ਵੀ ਇੱਦਾਂ ਹੀ ਵਰਕ ਕਰ ਰਹੀ ਹੈ। ਜੇ ਬੋਡੀ ਨੂੰ ਪਤਾ ਹੈ ਕਿ ਇਹ ਟਾਈਮ ਦੇ ਵਿੱਚ ਮੈਨੂੰ ਫੂਡ ਮਿਲ ਜੂਗਾ, ਇਸ ਟਾਈਮ ਮੈਨੂੰ ਫਰੂਟ ਮਿਲ ਰਿਹਾ, ਇਸ ਟਾਈਮ ਮੈਨੂੰ ਖਾਣਾ ਮਿਲ ਰਿਹਾ, ਤੇ ਬੋਡੀ ਡੈਫੀਨੇਟਲੀ ਫੈਟ ਆਪਣਾ ਰਿਮੂਵ ਕਰੇਗੀ। ਜੇ ਬੋਡੀ ਨੂੰ ਕੁਝ ਤੁਸੀਂ ਦੇ ਹੀ ਨਹੀਂ ਰਹੇ, ਲਾਈਕ ਜਿੱਦਾਂ ਆਪਾਂ ਗੱਲ ਕਰ ਰਹੇ ਹਾਂ ਕਿ ਆਪਾਂ ਬਹੁਤ ਹੀ ਸਟ੍ਰਿਕਟ ਡਾਇਟ ਦੇ ਵਿੱਚ ਚਲੇ ਜਾਂਦੇ ਹਾਂ ਕਿ ਸਿਰਫ ਸੈਲਡ ਖਾ ਰਹੇ ਹਾਂ, ਫਰੂਟਸ ਖਾ ਰਹੇ ਹਾਂ, ਜਾਂ ਨਾ ਗ੍ਰੀਨ ਟੀਜ਼ ਪੀ ਰਹੇ ਹਾਂ, ਤਾਂ ਬੋਡੀ ਨੂੰ ਇਹ ਲੱਗਦਾ ਕਿ ਇਹ ਮੈਨੂੰ ਖਾਣਾ ਦਾ ਪ੍ਰੋਪਰ ਮਿਲ ਨਹੀਂ ਰਿਹਾ, ਪਤਾ ਨਹੀਂ ਮੇਰੀ ਲਾਈਕ ਹੈ ਨਾ ਕਿੱਦਾਂ ਸਰਵਾਈਵ ਕਰੂੰਗੀ, ਤੇ ਉਹ ਆਪਣੇ ਫੈਟ ਦੇ ਰਿਜ਼ਰਵ ਨੂੰ ਆਪਣੇ ਬੋਡੀ ਦੇ ਵਿੱਚ ਰੱਖ ਲੈਂਦੀ ਹੈ, ਉਹ ਰਿਮੂਵ ਕਰਦੀ ਹੀ ਨਹੀਂ। ਤਾਂ ਬੇਸਿਕਲੀ ਪ੍ਰੋਪਰ ਡਾਇਟ ਵੀ ਹੈਵ 5 fingers, right? I always say proteins, carbohydrate, fats, vitamin and the minerals। ਤੇ ਇੱਕ ਮੁੱਠੀ ਉਦੋਂ ਹੀ ਬਣੂਗੀ ਜਦੋਂ ਆਪਣੇ ਕੋਲ ਇਹ 5 ਚੀਜ਼ਾਂ ਹੋਣਗੀਆਂ। ਜੇ ਇਹਦੇ ਵਿੱਚ ਕੋਈ ਵੀ ਡੈਫੀਸ਼ੀਐਂਸੀ ਹੋਈ, ਜੇ ਪ੍ਰੋਟੀਨ ਡੈਫੀਸ਼ੀਐਂਟ ਹੈ, ਬੋਡੀ ਫੈਟ ਰਿਮੂਵ ਨਹੀਂ ਕਰੇਗੀ। ਸੈਕਿੰਡ ਰੀਜ਼ਨ ਆਪਾਂ ਸੋਚਦੇ ਹੀ ਨਹੀਂ, ਵਿਟਾਮਿਨ ਡੀ। ਜੇ ਕਿਸੇ ਦੀ ਵੀ ਬੋਡੀ ਦੇ ਵਿੱਚ ਵਿਟਾਮਿਨ ਡੀ ਡੈਫੀਸ਼ੀਐਂਟ ਹੈ, ਘੱਟ ਹੈ, ਤੁਸੀਂ ਜੋ ਮਰਜ਼ੀ ਕਰ ਲਓ, ਤੁਹਾਡੀ ਬੋਡੀ ਫੈਟ ਰਿਮੂਵ ਨਹੀਂ ਕਰੇਗੀ, ਰਾਈਟ। ਤੇ ਦੈਟਸ ਵਾਈ ਆਈ ਵਿਲ ਆਲਵੇਜ਼ ਸੇ ਕਿ ਜਦੋਂ ਲਾਈਕ ਯੂ ਸ਼ੁਡ ਕੰਸਲਟ ਅ ਡਾਇਟੀਸ਼ੀਅਨ, ਕਿ ਆਪਾਂ ਰੂਟ ਕਾਜ਼ ਫਾਈਂਡ ਆਊਟ ਕਰੀਏ ਐਂਡ ਆਪਾਂ ਉਸ ਰੂਟ ਕਾਜ਼ ਤੇ ਕੰਮ ਕਰੀਏ। ਇਹ ਜਦ ਤੁਸੀਂ ਵਿਟਾਮਿਨ ਡੀ ਦੀ ਗੱਲ ਕੀਤੀ ਹੈ, ਇਹ ਆਪਾਂ ਕਿਹੜੀਆਂ ਜਾਂਚ ਕਰਾਵਾਂਗੇ ਜਿਹਦੇ ਤੋਂ ਬੰਦੇ ਨੂੰ ਪਤਾ ਲੱਗ ਬਲੱਡ ਟੈਸਟ, ਵਿਟਾਮਿਨ D3 ਦਾ ਟੈਸਟ ਹੋ ਜਾਂਦਾ ਹੈ, ਦੈਟਸ ਇਟ, ਸਿੰਪਲ ਪਤਾ ਚੱਲ ਜਾਂਦਾ ਕਿ ਸਫੀਸ਼ੀਐਂਟ ਹੈ, ਡੈਫੀਸ਼ੀਐਂਟ ਹੈ, ਜਾਂ ਕਿੱਦਾਂ ਵੀ ਹੈ, ਆਪਾਂ ਉਸ ਅਕੋਰਡਿੰਗ ਆਪਾਂ ਕੰਮ ਕਰ ਸਕਦੇ ਹਾਂ। ਠੀਕ ਹੈ ਜੀ। ਇਹ ਤਾਂ ਗੱਲ ਹੋ ਗਈ ਫੈਟ ਲੋਸ ਦੀ ਜੀ, ਹੈ ਨਾ, weight loss ਹੋ ਗਿਆ, ਫੈਟ ਲੋਸ ਹੋ ਗਿਆ। ਪਰ ਕੁਝ ਲੜਕੀਆਂ ਅਜਿਹੀਆਂ ਨੇ ਜਿਹੜੀਆਂ weight gain ਨਹੀਂ ਕਰ ਪਾਉਂਦੀਆਂ, ਉਹਨਾਂ ਨੂੰ ਬਹੁਤ ਪ੍ਰੋਬਲਮ ਹੁੰਦੀਆਂ ਨੇ, ਸ਼ਾਦੀ ਵਿਆਹ ਵਾਸਤੇ ਬਹੁਤ ਪ੍ਰੋਬਲਮ ਆ ਜਾਂਦੀ ਹੈ, ਤੇ ਉਹਨਾਂ ਨੂੰ ਕਿਸ ਤਰ੍ਹਾਂ ਦੀ ਡਾਈਟ ਲੈਣੀ ਚਾਹੀਦੀ ਹੈ, ਕੀ ਪ੍ਰੋਬਲਮ ਆਉਂਦੀ ਹੈ ਉਹਨਾਂ ਨੂੰ?
ਬੇਸਿਕਲੀ ਸਭ ਤੋਂ ਪਹਿਲਾਂ ਇਹਦਾ ਵੀ ਇੱਕ ਉਹੀ ਆਨਸਰ ਆ ਕਿ ਰੀਜ਼ਨ ਕੀ ਹੈ ਕਿ ਜੇ ਬੱਚਾ ਜਾਂ ਕੋਈ ਵੀ ਫੀਮੇਲ ਆਪਣਾ ਪ੍ਰੋਪਰ ਡਾਈਟ ਲੈ ਵੀ ਰਹੀ ਹੈ ਫਿਰ ਵੀ weight gain ਕਿਉਂ ਨਹੀਂ ਹੋ ਰਿਹਾ ਕਿ ਬੋਡੀ ਉਸ ਫੂਡ ਨੂੰ ਐਬਜ਼ੌਰਬ ਨਹੀਂ ਕਰ ਰਹੀ। ਖਾਣਾ ਇਜ਼ ਵਨ ਥਿੰਗ, ਐਬਜ਼ੌਰਪਸ਼ਨ ਇਜ਼ ਅਨਦਰ ਥਿੰਗ ਐਂਡ ਇਹਦੇ ਵੀ ਡਿਫਰੈਂਟ ਰੀਜ਼ਨਸ ਐਂਡ ਨੰਬਰ ਆਫ ਰੀਜ਼ਨਸ ਹੁੰਦੇ ਹੈ ਕਿ ਬੋਡੀ ਖਾਣਾ ਐਬਜ਼ੌਰਬ ਕਿਉਂ ਨਹੀਂ ਕਰ ਰਹੀ। ਅਗੇਨ ਸਟ੍ਰੈਸ, ਇੱਕ ਐਗਜ਼ਾਮਪਲ ਦਿੰਦੀ ਹਾਂ, ਮੇਰਾ ਇੱਕ ਲਾਸਟ ਵੀਕ ਦਾ ਇੱਕ ਕੇਸ ਸੀਗਾ। ਇੱਕ ਮੋਹਾਲੀ ਤੋਂ ਇੱਕ ਕੁੜੀ ਨੇ ਮੈਨੂੰ ਜੁਆਇਨ ਕੀਤਾ ਫॉर द ਡਾਈਟ ਪ੍ਰੋਗਰਾਮ। ਉਹਦਾ ਜਦੋਂ ਆਪਾਂ ਬਲੱਡ ਟੈਸਟ ਕਰਾਇਆ ਉਹਦਾ ਵਿਟਾਮਿਨ B12 ਇਜ਼ 2000 ਪਲੱਸ। ਇਹ ਬਹੁਤ ਜ਼ਿਆਦਾ ਹੈ, ਇੱਕ ਟੌਕਸਿਸਿਟੀ ਹੈ। ਹੁਣ ਇਹਦਾ ਰੀਜ਼ਨ ਕੀ ਹੈ? ਉਹਨੇ ਮੈਨੂੰ ਦੱਸਿਆ ਕਿ ਮੈਂ ਸਪਲੀਮੈਂਟ ਲੈ ਰਹੀ ਸੀ, ਮੈਂ ਇੰਜੈਕਸ਼ਨਸ ਲੈ ਰਹੀ ਸੀ, ਲੇਕਿਨ ਜੇ ਉਹ ਸਪਲੀਮੈਂਟ ਲੈ ਰਹੀ ਹੈ ਤਾਂ ਕਿ ਉਹਦੀ ਬਾਡੀ ਐਬਜ਼ੌਰਬ ਨਹੀਂ ਕਰ ਰਹੀ। ਇੱਥੋਂ ਇਹੀ ਕਲੀਅਰ ਹੈ ਨਾ ਕਿ ਉਹ ਬਾਡੀ ਐਬਜ਼ੌਰਬ ਨਹੀਂ ਕਰ ਰਹੀ। ਤੇ ਆਪਾਂ ਨੂੰ ਬੇਸਿਕਲੀ ਕੰਮ ਕਰਨਾ ਹੈ ਕਿ ਉਹਨਾਂ ਦੀ ਬਾਡੀ ਪ੍ਰੋਪਰ ਵਰਕ ਕਰੇ, ਪ੍ਰੋਪਰ ਫੰਕਸ਼ਨ ਕਰੇ ਸੋ ਦੈਟ ਜੋ ਵੀ ਆਪਾਂ ਡਾਈਟ ਦੇ ਰਹੇ ਹਾਂ weight gain ਦੇ ਵੀ ਲਈ ਉਹ ਬਾਡੀ ਐਬਜ਼ੌਰਬ ਤਾਂ ਕਰੇ ਤਾਂ ਹੀ ਰਿਜ਼ਲਟ ਸਾਹਮਣੇ ਆਉਣਗੇ। ਤੇ ਇਹਦੇ ਵਿੱਚ ਜਿਹੜੀ ਪ੍ਰੋਬਲਮ ਆ ਉਹੀ ਹੈ ਕਿ ਬਾਡੀ ਐਬਜ਼ੌਰਬ ਨਹੀਂ ਕਰ ਰਹੀ ਹੈ। ਰੀਜ਼ਨ ਕੋਈ ਡੈਫੀਸ਼ੀਐਂਸੀ ਹੋ ਸਕਦੀ ਹੈ, ਰੀਜ਼ਨ ਕਿ ਤੁਹਾਡਾ ਕੋਈ ਸਲੀਪ ਪੈਟਰਨ ਲਾਈਕ ਆਪਾਂ ਕੀ ਕਹਿੰਦੇ ਆ ਕਿ ਜਿਹੜਾ ਹਿਊਮਨ ਗਰੋਥ ਹਾਰਮੋਨ ਆ ਉਹ ਰਾਤ ਦੇ ਟਾਈਮ ਰਿਲੀਜ਼ ਹੁੰਦਾ ਲੇਕਿਨ ਅੱਜ ਕੱਲ੍ਹ ਆਪਣੀ ਸਭ ਦੀ ਹੈਬਿਟਸ ਕੀ ਹੈ, ਆਪਾਂ ਰਾਤ ਨੂੰ ਫੋਨ ਸਕਰੋਲ ਕਰਦੇ ਹਾਂ, ਸਾਰੇ ਕੰਮ ਆਪਾਂ ਨੂੰ ਰਾਤੀ ਬੇਸਿਕਲੀ ਯਾਦ ਆ ਰਹੇ ਆ ਕਰਨੇ। ਤੇ ਜੇ ਆਪਾਂ ਪ੍ਰੋਪਰ ਸਲੀਪ ਹੀ ਨਹੀਂ ਲੈ ਰਹੇ ਤਾਂ ਤੁਹਾਡਾ ਹਿਊਮਨ ਗਰੋਥ ਹਾਰਮੋਨ ਰਿਲੀਜ਼ ਕਿਵੇਂ ਹੋਊਗਾ? ਅਗਰ ਉਹ ਹੀ ਰਿਲੀਜ਼ ਨਹੀਂ ਹੋ ਰਿਹਾ ਪ੍ਰੋਪਰ ਤੇ ਬਾਡੀ weight gain ਕਿਵੇਂ ਹੋਊਗਾ? ਇਹ ਡਿਫਰੈਂਟ ਰੀਜ਼ਨਸ ਹੈ। ਐਂਡ ਸੈਕੰਡਲੀ ਹੋ ਸਕਦਾ ਹੈ ਕਿ ਸਭ ਕੁਝ ਠੀਕ ਹੋਏ ਲੇਕਿਨ ਉਹ ਡਾਈਟ ਪ੍ਰੋਪਰ ਨਾ ਲੈ ਰਹੀ ਹੋਵੇ ਤੇ ਆਪਾਂ ਉਹਦਾ ਡਾਈਟ ਬੇਸਿਕਲੀ ਇੰਪਰੂਵ ਕਰਾਂਗੇ। ਵਿਲ ਹੈਵ ਟੂ ਇਨਕਰੀਜ਼ ਪ੍ਰੋਟੀਨ ਇਨ ਹਰ ਡਾਈਟ ਔਰ ਇਨ ਹਿਸ ਡਾਈਟ, ਦੈਟਸ ਇਟ। ਅੱਜ ਕੱਲ੍ਹ ਬੱਚਿਆਂ ਦੇ ਵਿੱਚ ਹਾਰਮੋਨਸ ਇਨਬੈਲੈਂਸ ਦੀ ਜਿਹੜੀ ਸਮੱਸਿਆ ਹੈਗੀ ਉਹ ਬਹੁਤ ਜ਼ਿਆਦਾ ਵੱਧ ਗਈ ਹੈ ਜੀ। ਯੈਸ, ਉਹਦੇ ਬਾਰੇ ਕੀ ਕਹਿਣਾ ਚਾਹੋਗੇ ਜੀ? ਕੀ ਉਹਨਾਂ ਨੂੰ ਕੇਅਰ ਕਰਨੀ ਚਾਹੀਦੀ? ਡੈਫੀਨੇਟਲੀ ਜੀ। ਸਭ ਤੋਂ ਪਹਿਲਾਂ ਤਾਂ ਅੱਜ ਕੱਲ੍ਹ ਬੱਚੇ ਉਹਨਾਂ ਨੂੰ ਜਸਟ ਇੱਕ ਪੈਕੇਜ ਫੂਡ ਚਾਹੀਦਾ ਹੈ ਜਾਂ ਬਾਹਰ ਦਾ ਇਨਟੇਕ ਉਹ ਬਹੁਤ ਜ਼ਿਆਦਾ ਕਰ ਰਹੇ ਹੈ, ਮੈਦੇ ਦਾ ਇਨਟੇਕ ਬਹੁਤ ਜ਼ਿਆਦਾ ਕਰ ਰਹੇ ਹੈ। ਇਹ ਸਭ ਤੋਂ ਵੱਡਾ ਰੀਜ਼ਨ ਹੈ ਬੱਚੇ ਦੇ ਇੱਕ ਹਾਰਮੋਨਲ ਇੰਬੈਲੈਂਸ ਹੋਣ ਦਾ। ਸੋ ਬੇਸਿਕਲੀ ਹਾਰਮੋਨਲ ਇੰਬੈਲੈਂਸ ਆਪਾਂ ਅੱਜ ਕੱਲ੍ਹ ਦੇਖ ਰਹੇ ਹਾਂ ਕਿ ਹਰ ਇੱਕ ਮਤਲਬ ਨਾਟ ਹਰ ਇੱਕ, ਬਹੁਤ ਗਰਲਸ ਦੇ ਵਿੱਚ, ਫੀਮੇਲਸ ਦੇ ਵਿੱਚ ਆ ਰਿਹਾ। ਬੀਟ ਉਹਨਾਂ ਦੇ ਪੀਰੀਅਡਸ ਇਰੈਗੂਲਰ ਹੈ ਜਾਂ ਫੀਮੇਲਸ ਦੇ ਵਿੱਚ ਉਹਨਾਂ ਨੂੰ ਕਨਸੀਵ ਕਰਨ ਲਈ ਬਹੁਤ ਡਿਫਿਕਲਟੀ ਆ ਰਹੀ ਹੈ। ਜੇ ਉਹਨਾਂ ਨੇ ਕਨਸੀਵ ਕਰ ਵੀ ਲਿਆ ਤੇ ਪ੍ਰੈਗਨੈਂਸੀ ਸਟੇ ਨਹੀਂ ਕਰ ਰਹੀ, ਬਹੁਤ ਜ਼ਿਆਦਾ ਮਿਸਕੈਰੇजेस ਹੋ ਰਹੇ ਹੈ। ਅਗੇਨ ਰੀਜ਼ਨ ਹੋਈ ਆ ਇੱਕ ਬੈਡ ਡਾਈਟ, ਪ੍ਰੋਸੈਸਡ ਫੂਡ। ਬੱਚਿਆਂ ਦੀ ਜਾਂ ਬਹੁਤ ਲੋਕਾਂ ਦੀ ਡਾਈਟ ਦੇ ਵਿੱਚ ਪ੍ਰੋਸੈਸਡ ਚੀਜ਼ਾਂ ਬਹੁਤ ਨੇ। ਪ੍ਰੋਸੈਸਡ ਮਤਲਬ ਤੁਹਾਡੇ ਬਿਸਕਿਟਸ, ਤੁਹਾਡੇ ਬ੍ਰੈਡਸ, ਤੁਹਾਡੇ ਇਹ ਜਿਹੜੇ ਆਪਾਂ ਨਮਕੀਨਸ ਖਾ ਰਹੇ ਹਾਂ, ਆਪਾਂ ਕੋਲਡ ਡਰਿੰਕਸ ਪੀ ਰਹੇ ਹਾਂ, ਆਪਾਂ ਪੈਕੇਜ ਜੂਸਿਸ ਲੈ ਰਹੇ ਹਾਂ ਤੇ ਇਹਦੇ ਨਾਲ ਤੁਸੀਂ ਆਪਣਾ ਸਟਮਕ ਤਾਂ ਫਿਲ ਕਰ ਰਹੇ ਹੋ ਲੇਕਿਨ ਤੁਹਾਡੀ ਬਾਡੀ ਨੂੰ ਇੱਕ ਨਰਿਸ਼ਮੈਂਟ ਨਹੀਂ ਮਿਲ ਰਹੀ। ਤੁਹਾਡੇ ਪੈਕੇਜਡ ਫੂਡ ਦੇ ਵਿੱਚ ਸਾਰੇ ਪ੍ਰੀਜ਼ਰਵੇਟਿਵਸ, ਐਡਿਟਿਵਸ, ਹਿਡਨ ਸ਼ੂਗਰਸ ਜੋ ਡੈਫੀਨੇਟਲੀ ਤੁਹਾਡੇ ਹਾਰਮੋਨਸ ਨੂੰ ਇੰਬੈਲੈਂਸ ਕਰਨਗੇ। ਸੈਕੰਡ ਰੀਜ਼ਨ ਅਗੇਨ ਮੈਂ ਇੱਥੇ ਸਲੀਪ ਦੀ ਗੱਲ ਕਰਾਂਗੀ ਬਿਕੋਜ਼ ਮੈਂ ਆਪਣੇ ਕੇਸਿਸ ਦੇ ਵਿੱਚ ਹਰ ਕੇਸ ਵਿੱਚ ਆਲਮੋਸਟ ਇਹ ਚੀਜ਼ ਦੇਖ ਰਹੀ ਹਾਂ ਕਿ ਆਪਾਂ ਪ੍ਰੋਪਰ ਸਲੀਪ 8 ਆਵਰਸ ਦੀ ਸਲੀਪ ਨਹੀਂ ਲੈ ਰਹੇ। ਇਹ ਸਾਇੰਟੀਫਿਕਲੀ ਪ੍ਰੂਵਨ ਆ ਕਿ ਤੁਹਾਡੇ ਹਾਰਮੋਨਸ ਨੂੰ ਬੈਲੈਂਸ ਹੋਣ ਲਈ 6 to 6.5 ਆਵਰਸ ਤਾਂ ਲੱਗਦੇ ਹੀ ਲੱਗਦੇ ਹੈ। ਬਟ ਉਹ ਆਪਣੀ ਗਲਤ ਹੈਬਿਟਸ, ਆਪਾਂ ਲੇਟ ਡਿਨਰ ਕਰ ਰਹੇ ਹਾਂ ਜਾਂ ਉਹੀ ਆਪਾਂ ਫੋਨ ਯੂਜ਼ ਕਰ ਰਹੇ ਹਾਂ ਰਾਤ ਦੇ ਟਾਈਮ ਤੇ, ਆਪਾਂ ਰਿਕਵਰੀ ਨਹੀਂ ਕਰ ਰਹੇ ਆਪਣੇ ਬਾਡੀ ਦੀ ਤੇ ਹਾਰਮੋਨਸ ਪ੍ਰੋਪਰ ਫੰਕਸ਼ਨ ਨਹੀਂ ਕਰਨਗੇ, ਪ੍ਰੋਪਰ ਆਪਣਾ ਕੰਮ ਨਹੀਂ ਕਰ ਪਾਉਣਗੇ। ਆਪਣੀ ਬਾਡੀ ਦੇ ਵਿੱਚ ਨਾ ਰੱਬ ਨੇ ਇੱਕ ਬਾਇਓਲੋਜੀਕਲ ਕਲੌਕ ਫਿਟ ਕਰਕੇ ਦਿੱਤੀ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਸਰਕੈਡੀਅਨ ਰਿਦਮ। ਉਹ ਕਲੌਕ ਆਪਣੇ ਹਿਸਾਬ ਨਾਲ ਕੰਮ ਕਰਦੀ ਹੈ। ਫॉर ਐਗਜ਼ਾਮਪਲ ਇਹ ਹਾਰਮੋਨ ਆ, ਸਲੀਪ ਹਾਰਮੋਨ ਆ, ਇਹਦਾ ਰਿਲੀਜ਼ ਹੋਣ ਦਾ ਟਾਈਮ ਹੈ ਰਾਤ ਨੂੰ 10 ਤੋਂ 11 ਵਜੇ। ਕੋਈ ਵੀ ਹਾਰਮੋਨ ਆ, ਚਲੋ ਕੋਈ ਲੈਪਟਿਨ ਆ, ਕੋਈ ਗ੍ਰੈਲਿਨ ਆ, ਇਨਸੂਲਿਨ ਆ, ਡਿਫਰੈਂਟ ਹਾਰਮੋਨਸ ਆ ਆਪਣੇ ਬਾਡੀ ਤੇ। ਹੁਣ ਹਾਰਮੋਨਸ ਨੇ ਤਾਂ ਆਪਣੇ ਟਾਈਮ ਤੇ ਰਿਲੀਜ਼ ਹੋ ਜਾਣਾ ਹੈ ਲੇਕਿਨ ਜੇ ਤੁਸੀਂ ਆਪਾਂ ਚਲੋ ਸਲੀਪ ਹਾਰਮੋਨ ਦੀ ਗੱਲ ਕਰ ਲੈਂਦੇ ਹਾਂ, ਜੇ ਆਪਾਂ 10 to 11 ਦੇ ਵਿੱਚ ਆਪਾਂ ਨਹੀਂ ਸੋ ਰਹੇ, ਆਪਾਂ ਆਪਣੇ ਆਪ ਨੂੰ ਬਲੂ ਲਾਈਟ ਦੇ ਥਰੂ ਐਕਸਪੋਜ਼ ਕਰ ਰਹੇ ਹਾਂ, ਹੋਰ ਕੋਈ ਕੰਮ ਕਰ ਰਹੇ ਹਾਂ ਤਾਂ ਉਹ ਹਾਰਮੋਨ ਸਪਰੈਸ ਹੋ ਜਾਏਗਾ, ਰਾਈਟ। ਤੇ ਉਹ ਹਾਰਮੋਨਸ ਪ੍ਰੋਪਰ ਕੰਮ ਹੀ ਨਹੀਂ ਕਰ ਪਾ ਰਹੇ ਬਿਕੋਜ਼ ਆਪਾਂ ਆਪਣੇ ਆਪ ਨੂੰ ਸਿੰਕਰੋਨਾਈਜ਼ ਨਹੀਂ ਕੀਤਾ ਉਸ ਬਾਇਓਲੋਜੀਕਲ ਕਲੌਕ ਦੇ ਨਾਲ। ਮੈਮ, ਜੋ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੇ ਨਾਲ ਮਿਲਣਾ ਚਾਹਣ ਤਾਂ ਇਹ ਵੀ ਦੱਸ ਦਿਓ ਵੀ ਇਹ ਕੋਰਸ ਕਿਵੇਂ ਸ਼ੁਰੂ ਹੋਏਗਾ, ਕਿੰਨਾ ਚੱਲੇਗਾ ਤੇ ਕਿਸ ਤਰ੍ਹਾਂ ਆਪਾਂ ਉਹਨੂੰ ਅੱਗੇ ਪ੍ਰੋਸੈਸ ਕਰ ਸਕਦੇ ਹਾਂ? ਵੈਰੀ ਜੈਨੂਇਨ ਕੁਐਸਚਨ, ਰਾਈਟ। ਤੋ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਇਹ ਅੰਡਰਸਟੈਂਡ ਕਰਨਾ ਪੈਣਾ ਆ ਕਿ ਸਭ ਦੀ ਬਾਡੀ ਡਿਫਰੈਂਟਲੀ ਰਿਐਕਟ ਕਰਦੀ ਹੈ ਤੇ ਘੱਟੋ ਘੱਟ ਆਪਣੇ ਆਪ ਨੂੰ 6 ਮੰਥਸ ਤਾਂ ਦਿਓ, ਠੀਕ ਹੈ, ਸੋ ਦੈਟ ਤੁਹਾਡੀ ਬਾਡੀ ਇੰਟਰਨਲੀ ਹੀਲ ਕਰੇ, ਰੈਜੂਵੇਨੇਟ ਕਰੇ।
21 ਡੇਜ਼ ਤਾਂ ਬੋਡੀ ਨੂੰ ਜਿਹੜੀ ਵੀ ਆਪਾਂ ਹੈਬਿਟਸ ਚੇਂਜ ਕਰਨੇ ਆ, ਡਾਈਟ ਚੇਂਜ ਕਰਦੇ ਆ, 21 ਡੇਜ਼ ਤਾਂ ਬੋਡੀ ਉਸ ਚੀਜ਼ ਨੂੰ ਅਡੈਪਟ ਕਰਦੀ ਹੈ ਬੇਸਿਕਲੀ। ਆਫਟਰ 21 ਡੇਜ਼ ਤੁਹਾਡੀ ਜਰਨੀ ਬਿਲਕੁਲ ਸਮੂਥ ਹੋ ਜਾਂਦੀ ਹੈ, ਡਿਪੈਂਡਿੰਗ ਅਪੋਨ ਤੁਹਾਡੇ ਕੰਸਰਨਸ ਕੀ ਹੈ। ਤੁਸੀਂ ਵੇਟ ਲਾਸ ਕਰਨਾ ਚਾਹੁੰਦੇ ਆ ਜਾਂ ਆਪਣੇ ਹਾਰਮੋਨਲ ਇੰਬੈਲੈਂਸ 'ਤੇ ਕੰਮ ਕਰਨਾ ਚਾਹੁੰਦੇ ਆ, ਐਟਲੀਸਟ ਇੱਕ ਡਾਈਟੀਸ਼ੀਅਨ ਦੇ ਨਾਲ 6 ਮੰਥਸ ਤਾਂ ਜ਼ਰੂਰ ਲਗਾਓ। ਐਂਡ ਉਹਦੇ ਵਿੱਚ ਆਪਾਂ ਤੁਹਾਨੂੰ ਵੀਕਲੀ ਡਾਈਟ ਪਲਾਨਸ ਦੇ ਰਹੇ ਹਾਂ, ਰਾਈਟ। ਐਵਰੀ ਵੀਕ ਤੁਹਾਡੇ ਨਾਲ ਇੱਕ ਫੋਲੋਅਪ ਕੰਸਲਟੇਸ਼ਨ ਕਾਲਸ ਰੱਖ ਰਹੇ ਹਾਂ ਕਿ ਤੁਹਾਡਾ ਕਿਵੇਂ ਦਾ ਲਾਸਟ ਵੀਕ ਰਿਹਾ, ਕਮਿੰਗ ਵੀਕ ਵਿੱਚ ਕੀ ਤੁਹਾਡਾ ਕੁਛ ਪਲਾਨਸ ਹੈ, ਉਸ ਅਕੋਰਡਿੰਗ ਆਪਾਂ ਡਾਈਟ ਚੇਂਜ ਕਰਕੇ ਦੇ ਰਹੇ ਹਾਂ। ਐਂਡ ਸਲੋਲੀ ਐਂਡ ਗ੍ਰੈਜੂਅਲੀ ਤੁਸੀਂ ਖੁਦ ਫੀਲ ਕਰੋਗੇ ਤੁਹਾਡੀ ਬੋਡੀ ਕਿੰਨਾ ਲਾਈਟ, ਕਿੰਨਾ ਵਧੀਆ ਫੀਲ ਕਰ ਰਹੀ ਹੈ, ਤੁਹਾਡੀ ਸਕਿਨ ਗਲੋ ਕਰ ਰਹੀ ਹੈ, ਤੁਸੀਂ ਇੰਟਰਨਲੀ ਕਿੰਨਾ ਵਧੀਆ ਹੈਪੀ ਫੀਲ ਕਰ ਰਹੇ ਹੋ। ਤੇ ਮਿਨੀਮਮ 6 ਮੰਥਸ, ਉਸ ਤੋਂ ਬਾਅਦ ਡਿਪੈਂਡ ਕਰਦਾ ਹੈ ਕਿ ਹੋਰ ਆਪਾਂ ਕਿੰਨਾ ਅੱਗੇ, ਤੁਹਾਡੀ ਬਲੱਡ ਰਿਪੋਰਟਸ ਕਿੰਨੀਆਂ ਇੰਪਰੂਵ ਹੋਈਆਂ ਨੇ, ਕੀ ਆਪਣੇ ਗੋਲਸ ਹੈ, ਉਸ ਤੋਂ ਬਾਅਦ ਅੱਗੇ ਉਹ ਚੀਜ਼ ਡਿਪੈਂਡ ਕਰਦੀ ਹੈ। ਸੈਕਿੰਡ, 6 ਮੰਥਸ ਦੇ ਵਿੱਚ ਤੁਹਾਡਾ ਮਾਈਂਡ ਬਿਲਕੁਲ ਚੇਂਜ ਹੋ ਜਾਂਦਾ। ਬਹੁਤ ਲੋਕ ਇਹ ਕੁਐਸਚਨ ਕਰਦੇ ਹੈ ਕਿ ਮੈਮ ਠੀਕ ਹੈ, ਇੱਕ ਵਾਰੀ ਅਸੀਂ ਜੁਆਇਨ ਕਰ ਲੈਂਦੇ ਹਾਂ, ਡਾਈਟ ਪਲਾਨ ਲੈ ਲੈਂਦੇ ਹਾਂ, ਉਸ ਤੋਂ ਬਾਅਦ ਵੇਟ ਦੁਬਾਰਾ ਗੇਨ ਤਾਂ ਨਹੀਂ ਹੋਊਗਾ, ਰਾਈਟ? ਨਹੀਂ ਹੋਏਗਾ। ਕਿਉਂ? ਕਿਉਂਕਿ ਤੁਸੀਂ 6 ਮੰਥਸ ਇੱਕ ਪ੍ਰੋਗਰਾਮ ਦੇ ਵਿੱਚ ਲਗਾਏ ਹੈ, ਤੁਹਾਡੀ ਹੈਬਿਟਸ ਚੇਂਜ ਹੋ ਗਈਆਂ, ਤੁਹਾਡਾ ਲਾਈਫ ਸਟਾਈਲ ਚੇਂਜ ਹੋ ਗਿਆ, ਤੁਸੀਂ ਪਿੱਛੇ ਖੁਦ ਹੀ ਨਹੀਂ ਜਾਓਗੇ। ਠੀਕ ਹੈ ਮੈਮ, ਹਾਰਮੋਨ ਇਨਬੈਲੈਂਸ ਦੀ ਗੱਲ ਕਰੀਏ ਆਪਾਂ ਤਾਂ ਜਿਹੜੀ ਪ੍ਰੈਗਨੈਂਟ ਲੇਡੀਜ਼ ਹੁੰਦੀਆਂ ਉਹਨਾਂ ਦੇ ਹਰ ਟਾਈਮ ਬਦਲਦੇ ਆ। ਜਿਹੜਾ ਨਿਊਟ੍ਰੀਸ਼ਨ ਬੱਚੇ ਨੂੰ ਵੋਮ 'ਚ ਮਿਲ ਜਾਂਦਾ ਹੈ ਉਹ ਕਦੇ ਵੀ ਨਹੀਂ ਮਿਲ ਸਕਦਾ। ਯੈਸ, ਐਬਸੋਲੂਟਲੀ। ਕੀ ਸਲਾਹ ਦਊਂਗੇ ਉਹਨਾਂ ਨੂੰ, ਕੀ ਖਾਣ ਪੀਣ ਇਹੋ ਜਿਹਾ ਕਰਨ ਕਿ ਉਹਨਾਂ ਨੂੰ ਆਪਣੇ ਬੱਚਾ ਜਿਹੜਾ ਹੈ ਉਹ ਸ਼ੁਰੂ ਤੋਂ ਹੀ ਹੈਲਦੀ ਹੋਵੇ, ਉਹਨੂੰ ਇਹੋ ਜਿਹੇ ਨਿਊਟ੍ਰੀਸ਼ਨ ਸ਼ੁਰੂ ਤੋਂ ਹੀ ਮਿਲ ਜਾਣ ਤਾਂ ਕਿ ਉਹਨੂੰ ਲਾਈਫ 'ਚ ਅੱਗੇ ਦਿੱਕਤਾਂ ਨਾ ਆਉਣ। ਤਾਂ ਲੇਡੀਜ਼ ਨੂੰ ਕੀ ਖਾਣਾ ਚਾਹੀਦਾ ਹੈ ਜਿਹੜੇ ਪ੍ਰੈਗਨੈਂਟ? ਐਬਸੋਲੂਟਲੀ, ਬੇਸਿਕਲੀ ਤੁਸੀਂ ਬਿਲਕੁਲ ਸਹੀ ਕਿਹਾ ਕਿ ਜਦੋਂ ਇੱਕ ਲੇਡੀ ਪ੍ਰੈਗਨੈਂਟ ਹੁੰਦੀ ਹੈ ਬੇਸਿਕਲੀ, ਤੇ ਜਿਹੜਾ ਉਹਦਾ ਬੇਬੀ ਵਾਰਮ ਦੇ 9 ਮੰਥਸ ਇੱਕ ਨਰਿਸ਼ਮੈਂਟ ਲੈ ਸਕਦਾ ਹੈ, ਉਹ ਪੂਰੀ ਜ਼ਿੰਦਗੀ ਨਹੀਂ ਲੈ ਸਕਦਾ। ਤੇ ਇੱਕ ਪ੍ਰੈਗਨੈਂਟ ਲੇਡੀ ਲਈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਡਾਈਟ ਅਪ ਟੂ ਦ ਮਾਰਕ ਰੱਖਣਾ। ਠੀਕ ਹੈ, ਸਭ ਤੋਂ ਪਹਿਲਾਂ ਜਿਹੜਾ ਮੈਂ ਸੁਜੈਸ਼ਨ ਉਹਨੂੰ ਇਹ ਦਊਂਗੀ ਕਿ ਉਹ ਜਿਹੜਾ ਮੈਦੇ ਦੀ ਕੋਈ ਵੀ ਬਣੀ ਹੋਈ ਚੀਜ਼, ਜਾਂ ਮੈਂ ਇੱਕ ਇਹਦਾ ਵੀ ਇੱਕ ਐਗਜ਼ਾਮਪਲ ਦੇਣੇ, ਕੇਸ ਆਇਆ, ਉਹ ਬ੍ਰੇਕਫਾਸਟ ਵਿੱਚ ਸਿਰਫ ਆਪਣਾ ਟੀ ਤੇ ਬਿਸਕਿਟਸ ਲੈ ਰਹੀ ਸੀ, ਲੰਚ ਵਿੱਚ ਸਿਰਫ ਰੋਟੀ, ਐਂਡ ਡਿਨਰ ਵਿੱਚ ਸਿੰਪਲ ਰੋਟੀ, ਰਾਈਟ? ਤੇ ਬੇਸਿਕਲੀ ਇਹਦੇ ਤੁਹਾਨੂੰ ਲੱਗਦਾ ਕਿ ਨਿਊਟ੍ਰੀਸ਼ਨ ਕੰਪਲੀਟ ਹੋ ਰਿਹਾ? ਨਹੀਂ ਕੰਪਲੀਟ ਹੋ ਰਿਹਾ, ਰਾਈਟ? ਤਾਂ ਸਭ ਤੋਂ ਪਹਿਲਾਂ ਤਾਂ ਆਪਣੀ ਡਾਈਟ ਨੂੰ ਪ੍ਰੋਟੀਨ ਰਿਚ ਕਰੇ। ਠੀਕ ਹੈ, ਆਪਣਾ ਜਿਹੜਾ ਅੱਜ ਕੱਲ੍ਹ ਮਿਲਟਸ, ਚਾਹੇ ਤੁਸੀਂ ਵੀ ਸੁਣਿਆ ਹੋਣਾ ਕਿ 2023 ਨੂੰ ਵੀ ਮਤਲਬ ਗਵਰਨਮੈਂਟ ਨੇ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕੀਤਾ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਡਾਈਟ ਵਿੱਚ ਇੱਕ ਮਿਲਟਸ ਨੂੰ ਜ਼ਰੂਰ ਇੰਟਰੋਡਿਊਸ ਕਰਨ। ਜਿਵੇਂ ਰਾਗੀ ਬਾਜਰਾ ਵੀ ਮਿਲਟ ਹੈ, ਲੇਕਿਨ ਮੈਂ ਗੱਲ ਕਰ ਰਹੀ ਜਿਹੜੇ ਪੋਜ਼ੀਟਿਵ ਮਿਲਟਸ ਹੁੰਦੇ ਆ, 5 ਤੁਹਾਡਾ ਫੌਕਸਟੇਲ ਹੋ ਗਿਆ, ਕੁਟਕੀ ਹੋ ਗਿਆ, ਕੋਡੋ ਮਿਲਟ ਹੋ ਗਿਆ, ਬਾਰਨਯਾਰਡ ਮਿਲਟ ਹੋ ਗਿਆ। ਇਸ ਤਰ੍ਹਾਂ ਕੋਈ ਵੀ ਇੱਕ ਮਿਲਟ ਪ੍ਰੈਗਨੈਂਟ ਲਈ, ਫੌਕਸਟੇਲ ਮਿਲਟ ਜਿਹਨੂੰ ਆਪਾਂ ਕੰਗਰੀ ਵੀ ਕਹਿੰਦੇ ਆ, ਇਹ ਬਹੁਤ ਵਧੀਆ। ਠੀਕ ਹੈ, ਤੇ ਆਪਣੇ ਦਿਨ 'ਚ ਇੱਕ ਵਾਰੀ, ਚਾਹੇ ਉਹ ਡਿਨਰ ਵਿੱਚ ਲੈ ਲੈਣ ਜਾਂ ਉਹ ਆਪਣੇ ਬ੍ਰੇਕਫਾਸਟ ਦੇ ਵਿੱਚ ਲੈ ਲੈਣ, ਫੌਕਸਟੇਲ ਮਿਲਟ ਦਾ ਪੁਲਾਓ ਪੋਹਾ ਟਾਈਪ ਬਣਾ ਕੇ ਉਹ ਜ਼ਰੂਰ ਲੈਣ। ਦੂਜਾ, ਕੋਈ ਵੀ ਸੀਜ਼ਨਲ ਫਰੂਟ ਉਹਨਾਂ ਨੂੰ ਲੈਣਾ ਹੀ ਲੈਣਾ, ਐਟਲੀਸਟ 2 ਵਾਰੀ। ਇੱਕ ਬਨਾਨਾ ਤਾਂ ਜ਼ਰੂਰ ਲੈਣ ਹੀ ਲੈਣ। ਤੀਜਾ, ਪਪਾਇਆ ਤੇ ਪਾਈਨਐਪਲ ਬਿਗ ਨੋ ਹੁੰਦਾ ਹੈ, ਉਹ ਕਿਸੇ ਵੀ ਤਰ੍ਹਾਂ ਕੋਈ ਵੀ ਪਾਈਨਐਪਲ ਜਾਂ ਪਪਾਇਆ 9 ਮਹੀਨੇ ਉਹਨਾਂ ਨੂੰ ਕੰਜ਼ਿਊਮ ਬੇਸਿਕਲੀ ਨਹੀਂ ਕਰਨਾ। ਠੀਕ ਹੈ ਜੀ। ਐਂਡ 4th ਇਜ਼, ਜੇ ਉਹ ਐਗਜ਼ ਲੈ ਸਕਦੇ ਆ ਤਾਂ ਸਭ ਤੋਂ ਬੈਸਟ ਹੈ, ਰਾਈਟ? ਜੇ ਉਹਨਾਂ ਨੂੰ ਲੱਗਦਾ ਕਿ ਉਹ ਐਗਜ਼ ਨਹੀਂ ਲੈ ਸਕਦੇ, ਤੇ ਕਿਨੂਆ ਹੋ ਗਿਆ, ਐਮਰੈਂਥ ਹੋ ਗਿਆ। ਐਮਰੈਂਥ ਸਭ ਨੂੰ ਪਤਾ ਹੋਊਗਾ, ਜਿਹੜਾ ਰਾਜਗੀਰਾ ਹੁੰਦਾ, ਜਿਵੇਂ ਆਪਣਾ ਜਿਹੜੇ ਵਰਤ ਵਿੱਚ ਆਪਾਂ ਰਾਜਗੀਰਾ ਦੀ ਖੀਰ ਬਣਾ ਕੇ ਖਾਂਦੇ ਹਾਂ, ਉਹ ਬੱਚੇ ਲਈ ਵੀ ਬਹੁਤ ਵਧੀਆ, ਲਾਈਕ ਉਹ ਇੱਕ ਪ੍ਰੈਗਨੈਂਟ ਲੇਡੀ ਲਈ ਵੀ ਬਹੁਤ ਵਧੀਆ। ਠੀਕ ਹੈ ਮੈਮ, ਬਹੁਤ ਬਹੁਤ ਧੰਨਵਾਦ। ਤੇ ਮੈਮ, ਜੋ ਲੋਕ ਤੁਹਾਡੇ ਨਾਲ ਸੰਪਰਕ ਕਰਨਾ ਚਾਹਣ ਉਹਨਾਂ ਨੂੰ ਤੁਸੀਂ ਆਪਣਾ ਮੋਬਾਈਲ ਨੰਬਰ ਸ਼ੇਅਰ ਕਰ ਦਿਓ ਤਾਂ ਕਿ ਲੋਕ ਤੁਹਾਨੂੰ ਸੰਪਰਕ ਕਰਕੇ ਤੁਹਾਡੇ ਕੋਲ ਆ ਕੇ ਤੁਹਾਡੀਆਂ ਜਿਹੜੀਆਂ ਸੇਵਾਵਾਂ ਹੈ ਉਹ ਲੈ ਸਕਣ। ਡੈਫੀਨੇਟਲੀ। ਸੋ ਮੇਰਾ ਕੰਟੈਕਟ ਨੰਬਰ ਇਜ਼ 9888223944। ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਐਂਡ ਆਈ ਵੁੱਡ ਲਵ ਟੂ ਅਸਿਸਟ ਯੂ। ਆਪਾਂ ਜਿਹੜਾ ਗੂਗਲ 'ਤੇ ਸਰਚ ਕਰਦੇ ਹਾਂ ਕਿ ਕੀ ਸਾਡੇ ਲਈ ਵਧੀਆ ਕੀ ਨਹੀਂ, ਸੋ ਲੈਟਸ ਮੂਵ ਔਨ ਫਰੋਮ ਦ ਗੂਗਲ ਐਂਡ ਲੈਟਸ ਅੰਡਰਸਟੈਂਡ ਦ ਸਾਇੰਸ ਆਫ ਨਿਊਟ੍ਰੀਸ਼ਨ ਐਂਡ ਹਿਊਮਨ ਬੋਡੀ। ਠੀਕ ਹੈ ਮੈਮ, ਥੈਂਕ ਯੂ ਜੀ।